So students, today we are going to discuss some numerical problem. First is a particle is acted upon by the constant forces F1 2 I cap minus 3 j cap plus 4 k cap, and F2 is minus I cap plus 2 j cap minus 3 k cap. Okay. So the question is displaced from point A to the point B. Find the total work done by the forces. ਹੁਣ देखो स्टूडेंट्स, फोर्स F1 एंड F2 इज़ गिवन. टोटल फोर्स किया ना उन्हें दोनों फोर्सेस ਨੂੰ ਕੀ ਕਰ ਦੋ ਐਡ. F1 ਵੈਕਟਰ ਪਲੱਸ F2 ਵੈਕਟਰ, ਤੁਹਾਨੂੰ ਪਤਾ I ਕੈਪ ਚ ਐਡ ਹੋਏਗਾ, J ਕੈਪ K ਕੈਪ. ਓਕੇ, ਡਿਸਪਲੇਸਮੈਂਟ ਹੋਈ ਆ. ਠੀਕ ਆ, ਜਦੋਂ ਕੋਈ ਵੀ ਅਸੀਂ ਵੈਕਟਰ ਅਸੀਂ ਫਾਈਂਡ ਕਰਨਾ ਨਾ, ਦੇਖੋ ਜਿਵੇਂ ਮੈਂ ਦੇਖੋ ਫਾਈਂਡ ਕਰਨਾ ਹੋਵੇ, ਸਪੋਜ਼ ਇਹ A ਵੈਕਟਰ ਆ, B ਵੈਕਟਰ ਆ, ਮੈਂ AB ਵੈਕਟਰ ਫਾਈਂਡ ਕਰਨਾ, ਮੈਂ ਕੀ ਕਰਾਂਗਾ B ਵੈਕਟਰ ਮਾਈਨਸ A ਵੈਕਟਰ ਕਰਾਂਗਾ. ਠੀਕ ਆ, ਇਹ ਤੁਹਾਡਾ ਇੰਜ ਆ ਜਿਵੇਂ ਦੇਖੋ R1 R2 ਵੈਕਟਰ. ਠੀਕ ਹੈ, ਡਿਸਪਲੇਸ ਕਿੱਧਰੋਂ ਹੋਇਆ R1 ਤੋਂ R1 ਟੂ ਵੈਕਟਰ. ਸੋ ਇਹ ਟ੍ਰਾਇੰਗੂਲਰ ਲਾਅ ਲਗਾ ਕੇ ਤੁਸੀਂ R1 ਵੈਕਟਰ ਪਲੱਸ R1 2 ਵੈਕਟਰ ਇਜ਼ ਇਕੁਅਲ ਟੂ R2 ਵੈਕਟਰ ਕੀ ਆ ਜਾਏਗਾ, R1 2 ਵੈਕਟਰ ਇਜ਼ ਇਕੁਅਲ ਟੂ R2 ਵੈਕਟਰ ਮਾਈਨਸ R1 ਵੈਕਟਰ, ਇਸ ਤਰੀਕੇ ਨਾਲ. ਠੀਕ ਆ, ਸੋ ਕੀ ਆ ਗਿਆ R2 ਵੈਕਟਰ ਮਾਈਨਸ R1 ਵੈਕਟਰ, ਡਿਸਪਲੇਸਮੈਂਟ ਵੈਕਟਰ ਆ ਗਿਆ, ਇਹ ਆ ਜਾਏਗਾ. ਹੁਣ ਡਾਟ ਪ੍ਰੋਡਕਟ ਲਗਾਓਗੇ F ਵੈਕਟਰ ਡਾਟ T R ਵੈਕਟਰ. ਓਕੇ, ਤੁਹਾਡਾ ਸਮ ਸੋਲਵ ਹੋ ਜਾਏਗਾ. ਨੈਕਸਟ ਇਜ਼ a particle moves along the x-axis from x equal to 0 to x equal to 5 meter under the influence of a force given by F is equal to 7 minus 2x plus 3x square. Find the work done in the process. ਠੀਕ ਆ, ਹੁਣ ਇਹ ਜਿਹੜਾ ਮੈਂ ਅੱਜ ਤੁਹਾਨੂੰ ਆਰਟੀਕਲ ਮੈਂ ਕੱਲ੍ਹ ਪਾਇਆ ਸੀ ਤੁਹਾਨੂੰ, ਉਹਦੇ ਵਿੱਚ ਵੇਰੀਏਬਲ ਫੋਰਸ ਸੀ. ਠੀਕ ਆ, ਹੁਣ ਵੇਰੀਏਬਲ ਫੋਰਸ ਦਾ ਵਰਕ ਡਨ ਕਿਵੇਂ ਫਾਈਂਡ ਕਰਦੇ ਹਾਂ, ਇੰਟੈਗਰਲ F ਇੰਟੂ dx. ਹੁਣ ਕਿੰਨੇ ਤੋਂ ਕਿੰਨੇ ਵੇਰੀ ਕਰਨਾ, 0 to 5. ਹੁਣ ਇਹਦੀ ਇੰਟੀਗ੍ਰੇਸ਼ਨ ਕਿੰਨਾ ਕਰਨੀ, dx ਨਾਲ ਕਰਨੀ ਹੈ, dx ਅੰਦਰ ਲੈ ਜਾਓ. ਠੀਕ ਆ, ਕੱਲੇ ਦੀ ਇੰਟੀਗ੍ਰੇਸ਼ਨ ਹੋਏਗੀ, ਪਾਵਰ ਇੱਕ ਇਨਕਰੀਜ਼ ਹੋਈ, ਇਹਨਾਂ ਨੇ ਇੱਥੇ x ਦੀ ਪਾਵਰ ਨਹੀਂ ਹੈਗੀ, ਪੱਕੀ ਹੋਏਗੀ x ਦੀ ਪਾਵਰ 0. ਇੱਕ ਇਨਕਰੀਜ਼ ਹੋ ਜਾਏਗੀ, ਤੁਹਾਨੂੰ ਫਾਰਮੂਲਾ ਕਰਵਾਇਆ ਗਿਆ ਨਾ, ਇਹਦਾ ਫਾਰਮੂਲਾ ਇੰਟੈਗਰਲ x ਦੀ ਪਾਵਰ n dx ਇਜ਼ ਇਕੁਅਲ ਟੂ x ਦੀ ਪਾਵਰ n ਪਲੱਸ 1 ਓਵਰ n ਪਲੱਸ 1. ਓਕੇ, ਇਸ ਫਾਰਮੂਲੇ ਦਾ ਯੂਜ਼ ਕਰਨਾ, ਕਰੋਗੇ ਤੁਸੀਂ ਇਹ ਤੁਹਾਡਾ ਆ ਜਾਏਗਾ. ਠੀਕ ਹੈ ਜੀ, ਵੈਲਿਊ ਪੁੱਟ ਕਰੋ, ਫਿਰ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ, ਸਿੰਪਲ ਤੁਹਾਡਾ ਆ ਜਾਏਗਾ. ਨੈਕਸਟ ਇਜ਼ ਗ੍ਰਾਫ. ਠੀਕ ਆ, ਨੈਕਸਟ ਇਜ਼ ਗ੍ਰਾਫ. ਠੀਕ ਆ, ਗ੍ਰਾਫ ਹੈਗਾ ਜੀ, ਕੈਲਕੂਲੇਟ ਵਰਕ ਡਨ ਇਨ ਮੂਵਿੰਗ ਦਾ ਆਬਜੈਕਟ ਫਰੋਮ x ਇਜ਼ ਇਕੁਅਲ ਟੂ 2 ਮੀਟਰ ਟੂ x ਇਜ਼ ਇਕੁਅਲ ਟੂ 3 ਮੀਟਰ. ਸਟੂਡੈਂਟਸ, ਇਹ ਤੁਹਾਡਾ ਕੁਐਸਚਨ ਆ, x ਇਕੁਅਲ 2 ਮੀਟਰ x ਇਕੁਅਲ 3 ਮੀਟਰ ਫਰੋਮ ਦਾ ਗ੍ਰਾਫ ਸ਼ੋਨ ਹੇਅਰ. ਵਰਕ ਡਨ ਫਾਈਂਡ ਕਰਨਾ, ਫੋਰਸ ਕਿੰਨੀ ਆ ਤੁਹਾਡੀ, ਇੱਧਰ ਦਿੱਤੀ ਹੈ ਫੋਰਸ ਅਲੋਂਗ y ਐਕਸਿਸ ਐਂਡ ਡਿਸਪਲੇਸਮੈਂਟ ਔਨ ਲਾਈਕ x ਐਕਸਿਸ. ਹੁਣ ਕਿੰਨੇ ਤੋਂ ਕਿੰਨੀ ਫਾਈਂਡ ਕਰਨੀ, x ਇਕੁਅਲ 2 ਟੂ x ਇਕੁਅਲ ਟੂ 3 ਕੈਲਕੂਲੇਟ ਕਰਨੀ. ਠੀਕ ਆ, ਹੁਣ ਦੇਖੋ ਤੁਸੀਂ 2 ਤੋਂ 3 ਦਾ ਫਾਈਂਡ ਕਰਨਾ ਨਾ, ਤੁਸੀਂ ਕੀ ਕਰਨਾ, ਦੇਖੋ ਇਹਨੂੰ ਜੁਆਇਨ ਕਰ ਦੇਣਾ, 2 ਨੂੰ ਜੁਆਇਨ ਕਰਤਾ, 3 ਵੱਲ ਨੂੰ ਜੁਆਇਨ ਕਰਤਾ. ਹੁਣ ਇਹ ਤੁਹਾਡਾ ਏਰੀਆ ਆਏਗਾ, ਇੰਨਾ ਏਰੀਆ, ਇਹ ਕੈਲਕੂਲੇਟ ਕਰ ਲਓ ਕਿ ਏਰੀਆ ਅੰਡਰ ਦਾ ਗ੍ਰਾਫ ਇਹ ਕੀ ਆ ਜਾਏਗਾ ਤੁਹਾਡਾ ਵਰਕ ਡਨ. ਹੁਣ ਇਹ ਕੀ ਬਣ ਰਹੀ ਤੁਹਾਡੀ, ਇਹ ਦੋਨੋਂ ਪੈਰਲਲ ਹੈ, ਕੀ ਬਣੀ ਹੈ ਟ੍ਰੈਪੀਜ਼ੀਅਮ. ਟ੍ਰੈਪੀਜ਼ੀਅਮ ਦਾ ਫਾਰਮੂਲਾ ਹੁੰਦਾ ਏਰੀਆ ਦਾ ਹਾਫ A ਪਲੱਸ B, ਜਿਹੜੀਆਂ ਪੈਰਲਲ ਲਾਈਨਸ ਉਹਨਾਂ ਦਾ ਸਮ ਇੰਟੂ ਹਾਫ multiply sum of the parallel sides of trapezium multiply distance between the parallel sides. Okay, distance कितना 1 मीटर ना, 3 minus 2 1 मीटर. ए कितना आ गया, पैरेलल साइड का सम 40 plus 60 डिवाइड. Next is a cyclist comes to a skidding stop in 10 meter. During this process the force on the cycle due to road is 200 Newton and is directly opposed to the motion. How much work does the road do on the cycle? ਹੁਣ ਸਟੂਡੈਂਟਸ ਇਹ ਕਿਵੇਂ ਕਰਨਾ, ਤੁਸੀਂ ਤੁਹਾਨੂੰ ਪਤਾ ਨਾ ਵਰਕ ਡਨ ਇਜ਼ ਇਕੁਅਲ ਟੂ Fs cos ਥੀਟਾ. ਹੁਣ ਫੋਰਸ ਤੇ ਡਿਸਪਲੇਸਮੈਂਟ, ਫੋਰਸ ਜਿੱਦਣ ਬੋਡੀ ਮੂਵ ਕਰੇਗੀ ਉਹ ਤੋਂ ਓਪੋਜ਼ਿਟ ਲੱਗੇਗੀ ਨਾ. ਠੀਕ ਆ, cos ਕਿੰਨਾ ਆ ਜਾਏਗਾ 180 ਡਿਗਰੀ ਆ ਜਾਏਗਾ, ਤੇ cos 180 ਮਾਈਨਸ 1, ਹਾਂ ਤੁਸੀਂ ਇਹਦੇ ਵੈਲਿਊ ਪੁੱਟ ਕਰ ਦਿਓ, ਤੁਹਾਡਾ ਵੈਲਿਊ ਆ ਜਾਏਗੀ. ਠੀਕ ਆ, ਹੁਣ ਸਾਈਕਲਿਸਟ ਕਿੰਨਾ ਵਰਕ ਡਨ ਕਰੇਗਾ. ਠੀਕ ਆ, ਸਾਈਕਲਿਸਟ ਨੇ ਕੀ ਕਰਨਾ, ਉਹਨੇ ਜਿੱਦਣ ਨੂੰ ਡਿਸਪਲੇਸਮੈਂਟ ਹੋ ਰਹੀ ਹੈ
ਜੇ ਇੱਧਰ ਨੂੰ ਡਿਸਪਲੇਸ ਕਰ ਰਿਹਾ ਸਾਈਕਲ, ਉਹਨੇ ਫੋਰਸ ਵੀ ਉੱਧਰ ਨੂੰ ਲਗਾਉਣੀ, ਦੋਵੇਂ ਡਾਇਰੈਕਸ਼ਨ ਸੇਮ ਹੋਏਗੀ, cos 0 डिग्री ਆਏਗਾ ਉਹਦਾ ਸਿੰਪਲ 200 ਨਿਊਟਨ ਮਲਟੀਪਲਾਈ ਕਰ ਦੋਗੇ ਫੋਰਸ ਇਨ ਡਿਸਪਲੇਸਮੈਂਟ ਬਿਕੋਜ਼ cos 0 डिग्री इज़ 1। ओके, सो नेक्स्ट इज़ ਇਹ ਨੂਮੈਰੀਕਲ ਅਸੀਂ ਕਰ ਚੁੱਕੇ ਹਾਂ ਪਹਿਲਾਂ ਹੀ, ਠੀਕ ਆ। ਹੁਣ ਇਸ ਤੋਂ ਬਾਅਦ ਕਰਦੇ ਹਾਂ ਇਹ ਨੂਮੈਰੀਕਲ ਕਰਦੇ ਹਾਂ। ਦ ਕਿਨੈਟਿਕ ਐਨਰਜੀ ਆਫ ਅ ਬੋਡੀ ਇਨਕਰੀਜ਼ਿਜ਼ ਬਾਈ 300%, ਬਾਈ what percent will the linear momentum of the body increased। ਹੁਣ ਸੁਣੋ, ਜਦੋਂ ਤੁਸੀਂ ਸਿੰਪਲ ਤੁਹਾਨੂੰ ਮੈਂ ਕਿਨੈਟਿਕ ਐਨਰਜੀ ਅਤੇ ਲੀਨੀਅਰ ਮੋਮੈਂਟਮ ਦਾ ਕਰਵਾਇਆ ਰਿਲੇਸ਼ਨ, ਠੀਕ ਆ। ਕਿਨੈਟਿਕ ਐਨਰਜੀ ਕਿਹਦੇ ਕੋਲ ਹੈਗਾ P²/2m ਐਂਡ P =√2m k। ਜਦੋਂ ਕਿਨੈਟਿਕ ਐਨਰਜੀ 300% ਇਨਕਰੀਜ਼ ਕਰ ਜਾਏਗੀ, ਇਹ ਵੈਲੂ ਆ ਜਾਏਗੀ 4k। ਤੁਹਾਨੂੰ ਪਤਾ ਪਰਸੈਂਟੇਜ ਸਿੰਪਲ ਤੁਹਾਨੂੰ ਕਰਨਾ ਆਉਂਦਾ, ਠੀਕ ਆ। ਨਿਊ ਮੋਮੈਂਟਮ ਆ ਜਾਏਗਾ P' =√2m, k' ਮਾਸ ਤੇ ਉਨਾ ਹੀ ਰਹੇਗਾ, ਠੀਕ ਆ। ਉੱਥੇ k' ਦੀ ਜਗ੍ਹਾ ਆ ਜਾਏਗਾ 4k ਆ ਜਾਏਗਾ, ਇਹ ਤੁਹਾਡਾ ਨਿਊ ਮੋਮੈਂਟਮ ਆ ਜਾਏਗਾ। ਹੁਣ ਮੋਮੈਂਟਮ ਦੀ ਪਰਸੈਂਟੇਜ ਫਾਈਂਡ ਕਰਨੀ, ਕਿੰਨਾ ਇਨਕਰੀਜ਼ ਹੋਇਆ, ਜਿੰਨਾ ਇਨਕਰੀਜ਼ ਹੋਇਆ ਓਵਰ ਓਰੀਜਨਲ ਮੋਮੈਂਟਮ, ਇਨਕਰੀਜ਼ in momentum over original momentum multiply 100, ਕਿੰਨਾ ਆਇਆ 2p minus p over p multiply 100, ਕਿੰਨਾ ਆ ਗਿਆ 100%। ਨੈਕਸਟ ਤੁਸੀਂ ਆਪੇ ਕਰਨਾ ਦਾ ਕਿਨੈਟਿਕ ਐਨਰਜੀ ਆਫ ਬੋਡੀ ਡਿਕਰੀਜ਼ਿਜ਼ ਬਾਈ 19%, ਵਾਟ ਇਜ਼ ਦਾ ਪਰਸੈਂਟੇਜ ਡਿਕਰੀਜ਼ ਇਨ ਇਟਸ ਲੀਨੀਅਰ ਮੋਮੈਂਟਮ, ਤੁਸੀਂ ਆਪੇ ਕਰ ਸਕਦੇ ਜੀ ਇਹਨੂੰ। ਨੈਕਸਟ ਮੈਡੀਕਲ ਸਟੂਡੈਂਟਸ, a particle of mass 0.5 kg travel in a straight line with a velocity v = 5 × x⁵ meter per second। How much work is done by the net force during the displacement from x = 0 to 2। ਹੁਣ ਦੇਖੋ ਤੁਸੀਂ ਇਹਨੂੰ ਕੈਲਕੂਲੇਟ ਕਰਨ ਲਈ ਵਰਕ ਨਾ ਕਿਹਦੇ ਕੋਲ ਹੁੰਦਾ, ਚੇਂਜ ਇਨ ਕਿਨੈਟਿਕ ਐਨਰਜੀ ਹੁੰਦਾ। ਹੁਣ ਵੈਲੋਸਿਟੀ ਦੇਖੋ, ਹਾਫ m2 mv2 ਸਕੁਏਅਰ ਮਾਈਨਸ ਹਾਫ mv1 ਸਕੁਏਅਰ। ਹੁਣ ਜਦੋਂ ਵੈਲੋਸਿਟੀ v2 ਕਦੋਂ ਹੋਏਗੀ, x = 2 ਤੇ, ਠੀਕ ਹੈ। ਇਹ 'ਚ x = 2 ਰੱਖ ਕੇ v2 ਦੀ ਵੈਲਿਊ ਕੈਲਕੂਲੇਟ ਕਰ ਲਓ। ਜਦੋਂ x 0 ਆ, ਇਹ ਤੁਹਾਡੀ ਇਨੀਸ਼ੀਅਲ ਵੈਲੋਸਿਟੀ, ਉੱਥੋਂ ਕੈਲਕੂਲੇਟ ਕਰ ਲਓ। ਇੱਥੋਂ x 0 ਪੁੱਟ ਕਰਕੇ ਵੈਲੋਸਿਟੀ ਆ ਜਾਏਗੀ, ਮਾਸ ਤੁਹਾਨੂੰ ਗਿਵਨ ਆ, ਤੁਹਾਡੀ ਵਰਕ ਡਨ ਆ ਜਾਏਗਾ, ਸਿੰਪਲ। ਸੋ ਤੁਹਾਨੂੰ ਇਹਦੇ ਵਿੱਚ ਮੈਂ ਨਾ ਜ਼ਿਆਦਾ ਡਿਫੀਕਲਟ ਨੂਮੈਰੀਕਲ ਨਹੀਂ ਕਰਵਾ ਰਿਹਾ। ਉਹਦਾ ਰੀਜ਼ਨ ਇਹ ਆ ਕਿ ਉਹ ਕਲਾਸਰੂਮ ਦੇ ਵਿੱਚ ਹੀ ਹੋ ਸਕਦੇ ਆ ਪ੍ਰੋਪਰ, ਇਸ ਤਰ੍ਹਾਂ ਤੁਹਾਨੂੰ ਫਿਰ ਸਮਝ ਨਹੀਂ ਲੱਗੇਗੀ ਅਤੇ ਪ੍ਰੋਬਲਮ ਕ੍ਰੀਏਟ ਹੋਏਗੀ, ਠੀਕ ਆ। ਤੁਹਾਡੇ ਕੋਲ ਜਿਹੜੇ ਨੂਮੈਰੀਕਲ ਹੁੰਦੇ ਤੁਸੀਂ ਇਹਨਾਂ ਨੂੰ ਪ੍ਰੋਪਰ ਕਰ ਲਓ, ਠੀਕ ਆ। ਬਾਕੀ ਆਪਾਂ ਜਦੋਂ ਸਕੂਲ ਲੱਗੇਗਾ ਤਾਂ ਕਲਾਸਰੂਮ ਦੇ ਵਿੱਚ ਕਰਾਂਗੇ ਆਪਾਂ। ਇੱਕ ਤੁਹਾਨੂੰ ਨੂਮੈਰੀਕਲ ਪਾਰ ਦਾ ਕਰਵਾ ਦਿੰਦੇ ਹਾਂ। A car of mass 1000 kg accelerates uniformly from rest to a velocity of 54 km/h in 5 seconds। Calculate its acceleration, ਤੁਸੀਂ ਕੈਲਕੂਲੇਟ ਕਰ ਸਕਦੇ ਜੀ, ਈਜ਼ੀ ਆ। v = u+at ਫਾਰਮੂਲਾ ਲਗਾ ਕੇ। Its gain in energy, gain in energy means ਫਾਈਨਲ ਕਿਨੈਟਿਕ ਐਨਰਜੀ ਮਾਈਨਸ ਇਨੀਸ਼ੀਅਲ ਕਿਨੈਟਿਕ ਐਨਰਜੀ, ਠੀਕ ਆ। ਇਨੀਸ਼ੀਅਲ ਕਿੰਨੀ ਹੋਏਗੀ 0 ਹੋਈ, ਕਿਉਂਕਿ ਰੈਸਟ ਤੋਂ ਸਟਾਰਟ ਹੋਈ ਬੋਡੀ। ਪਾਰ ਕੈਲਕੂਲੇਟ ਕਰਨੀ ਹੈ ਕਿ ਵਰਕ ਡਨ ਓਵਰ ਟਾਈਮ। ਹੁਣ ਇਹ ਚੇਂਜ ਇਨ ਕਿਨੈਟਿਕ ਐਨਰਜੀ, ਗੇਨ ਇਨ ਕਿਨੈਟਿਕ ਐਨਰਜੀ ਮੀਨਸ ਚੇਂਜ ਇਨ ਕਿਨੈਟਿਕ ਐਨਰਜੀ, ਕਿਹਦੇ ਕੋਲ ਵਰਕ ਡਨ ਦੇ ਕੋਲ ਹੁੰਦਾ, ਵੈਲਿਊ ਆ ਗਈ ਵਰਕ ਡਨ ਦੀ ਓਵਰ ਟਾਈਮ, ਸਿੰਪਲ। ਨੈਕਸਟ ਇਜ਼ ਸਟੂਡੈਂਟਸ ਕੋਲੀਜ਼ਨ ਦਾ ਨੂਮੈਰੀਕਲ ਆ। ਇਹ ਰੇਲਵੇ ਕੈਰੇਜ ਆਫ mass 900,000 kg moving with a speed of 36 km/h collide with a stationary carriage of the same mass। After the collision the two get coupled and move together। what is this common speed। ਤੁਸੀਂ ਕੀ ਲਗਾਓਗੇ, ਮੈਂ ਦੇਖੋ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਇਨਇਲਾਸਟਿਕ ਕੋਲੀਜ਼ਨ ਹੋਏਗੀ ਨਾ, ਇਹਦੇ ਵਿੱਚ ਲੀਨੀਅਰ ਮੋਮੈਂਟਮ ਕੀ ਰਹਿਣਾ, ਕੰਜ਼ਰਵ ਰਹਿਣਾ, ਠੀਕ ਆ। ਸੋ ਤੁਸੀਂ ਵੈਲਿਊਜ਼ ਨੋਟ ਕਰ ਲੈਣੀਆਂ ਜਿੰਨੀਆਂ ਇਹਨਾਂ ਦੀਆਂ ਹੈਗੀਆਂ। ਲੀਨੀਅਰ ਮੋਮੈਂਟਮ ਉਹਦਾ ਕੰਜ਼ਰਵੇਸ਼ਨ ਲਗਾ ਦੇਣੀ ਹੈ। ਇਹ ਤੁਸੀਂ ਇੱਕ ਫਾਰਮੂਲਾ ਕੀਤਾ ਹੋਇਆ, ਠੀਕ ਆ। ਫਿਰ ਤੁਸੀਂ ਦੱਸ ਵੀ ਸਕਦੇ ਹਾਂ ਵੀ ਕਿਨੈਟਿਕ ਐਨਰਜੀ ਘੱਟ, ਜੇ ਤਾਂ ਸੇਮ ਆ ਗਈ ਕਿਨੈਟਿਕ ਐਨਰਜੀ ਫਿਰ ਕੀ ਹੋਏਗੀ ਇਲਾਸਟਿਕ ਕੋਲੀਜ਼ਨ, ਜੇ ਡਿਫਰੈਂਟ ਆਉਂਦੀ ਪਈ ਹੈ ਫਿਰ ਕੀ ਹੋਏਗੀ ਇਨਇਲਾਸਟਿਕ ਕੋਲੀਜ਼ਨ ਹੋਏਗੀ। ਸੋ ਸਟੂਡੈਂਟਸ ਤੁਸੀਂ ਇਹਦੇ ਨੂਮੈਰੀਕਲ ਨਾ ਕਰਨ ਦੀ ਕੋਸ਼ਿਸ਼ ਕਰਨਾ ਜ਼ਰੂਰ, ਠੀਕ ਆ। ਜਿੰਨੇ ਹੋਣਗੇ ਠੀਕ ਆ, ਜੇ ਕੋਈ ਪ੍ਰੋਬਲਮ ਹੋਏਗੀ ਤਾਂ ਆਪਾਂ ਸੋਲਵ ਕਰ ਲਾਂਗੇ ਇਹਨੂੰ ਕਲਾਸਰੂਮ ਦੇ ਵਿੱਚ, ਠੀਕ ਆ। ਤੁਹਾਨੂੰ ਟਿਪੀਕਲ ਐਗਜ਼ਾਮਪਲਸ ਕਰਨ ਦੀ ਅਜੇ ਕੋਈ ਜ਼ਰੂਰਤ ਨਹੀਂ ਹੈਗੀ, ਠੀਕ ਆ, ਠੀਕ ਆ। ਇਹਦੇ ਆਪਾਂ ਹੋਰ ਨੂਮੈਰੀਕਲ ਪ੍ਰੋਬਲਮਸ ਕਰਾਂਗੇ, ਮੈਂ ਥੋੜ੍ਹਾ ਟਿਪੀਕਲ ਵੀ ਕਰਾਵਾਂਗਾ ਬਟ ਉਹ ਕਲਾਸਰੂਮ 'ਚ ਕਰਾਵਾਂਗਾ, ਠੀਕ ਆ। ਕੋਈ ਵਰੀਡ ਨਹੀਂ ਕਰਨਾ।